सवाल उठते थे कि जे NGO चलानी है तो NGO वाले लगना बहुत जरूरी है। तो जिदा मैम ने कहा कि सोशल वर्क करने का सब नूं हक है, ਉਹਦੇ ਵਿੱਚ ਕੋਈ ਆਪਾਂ ਕੁੜੀ ਦੀ ਭਾਈ ਜੀਨ ਨਹੀਂ ਦੇ ਸਕਦੇ, ਉਹਦੇ ਭਾਈ ਸ਼ਾਰਟਸ ਨਹੀਂ ਦੇ ਸਕਦੇ। ਹਰ ਬੰਦੇ ਦੀ ਆਪਣੀ ਮਨ ਦੀ ਸ਼ਮਤਾ ਹੈ, ਉਹ ਕਿੱਦਾਂ ਦੇ ਕੱਪੜੇ ਪਾਉਣਾ ਚਾਹੁੰਦਾ ਹੈ। ਪਰ ਸਾਡੇ ਸਮਾਜ ਦੇ ਵਿੱਚ ਕੱਪੜਿਆਂ ਤੋਂ ਹੀ ਬੰਦੇ ਨੂੰ ਜੱਜ ਕੀਤਾ ਜਾਂਦਾ ਕਿ ਉਹਨੇ ਕੱਪੜੇ ਕਿੱਦਾਂ ਦੇ ਪਾਏ ਨੇ। ਉਹ ਅਸੀਂ ਸ਼ਕਲੋਂ ਸੇਵਾਦਾਰ ਲੱਗਦੇ। ਹੁਣ ਮੇਰੀ ਟੀਮ ਦੇ ਤੁਸੀਂ ਟੀਮ ਮੈਂਬਰ ਦੇਖ ਲਓ ਉਧਰੋਂ ਰਾਈਟ ਪਾਸੇ, ਔਰ ਤਨੋਜ, ਸ਼ੋਭਿਤ, ਨਰੇਸ਼ ਭਾਜੀ, ਇਹ ਸਾਰੇ 18 20 ਸਾਲ ਦੇ ਮੁੰਡੇ ਨੇ। ਹੁਣ ਜੇ ਮੈਂ ਇਹਨਾਂ ਨੂੰ ਕਹਾਂ ਨਹੀਂ ਯਾਰ ਪਹਿਲਾਂ ਨਾ ਤੁਸੀਂ 40 45 ਸਾਲ ਦੇ ਹੋ ਜਾਓ, ਸੇਵਾਦਾਰ ਲੱਗਣੇ ਸ਼ੁਰੂ ਹੋਵੋ, ਫਿਰ ਅਸੀਂ ਸੇਵਾ ਸ਼ੁਰੂ ਕਰਾਂਗੇ। ਤਾਂ ਬਾਈ ਉਦੋਂ ਤੱਕ ਤਾਂ ਪਤਾ ਨਹੀਂ ਪਰਮਾਤਮਾ ਨੇ ਦੁਨੀਆ ਰੱਖਣਾ ਵੀ ਕਿ ਨਹੀਂ ਰੱਖਣਾ। ਬਟ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਦਿਲੋਂ ਇਹ ਮੈਮ ਦਾ ਬੜਪਨ ਹੈ ਜਿਹੜਾ ਇੱਥੇ ਆ ਕੇ, ਮੈਂ ਹੁਣ ਜੇ ਨਾਮ ਲੈ ਕੇ ਕਰਾਂ ਪਿਛਲੇ 7 ਸਾਲਾਂ 'ਚ ਪਤਾ ਨਹੀਂ ਮੈਂ ਕਿੰਨੇ ਕੁ ਚਿਹਰਿਆਂ ਨੂੰ ਮੈਂ ਕੋਸ਼ਿਸ਼ ਕੀਤੀ, ਅਪਰੋਚ ਕੀਤੀ ਕਿ ਜਸਟ ਤੁਸੀਂ ਇੱਥੇ ਆਓ। ਔਰ ਮੈਂ ਕਦੀ ਕੋਈ ਫੰਡ ਦੀ ਡਿਮਾਂਡ ਨਹੀਂ ਕੀਤੀ। ਮੈਂ ਜਿੰਨੇ ਵੀ ਸੈਲੀਬ੍ਰਿਟੀਜ਼ ਨੂੰ ਜਾਂ ਜਿੰਨੇ ਫੇਮਸ ਚਿਹਰਿਆਂ ਨੂੰ ਇੱਥੇ ਬੁਲਾਉਣ ਦੀ ਕੋਸ਼ਿਸ਼ ਕਰਦਾ ਹਾਂ, ਉਹ ਆਪਣੇ ਲੋੜਵੰਦ ਪੇਸ਼ੈਂਟਸ ਲਈ। ਅੱਜ ਵੂਮਨਸ ਡੇ ਦੀ ਸਾਰੀ ਦੁਨੀਆ ਗੱਲ ਕਰ ਰਹੀ ਹੈ। ਹੁਣ ਇੱਕ ਕੇਸ ਸੁਣ ਲਓ ਮੇਰੇ ਕੋਲ ਵੂਮਨਸ ਡੇ। ਅੱਜ ਤੋਂ ਠੀਕ 6 ਦਿਨ ਪਹਿਲਾਂ ਮੈਂ ਸਾਡੇ ਕੋਲ ਇੱਕ ਕੇਸ ਆਇਆ ਹੋਇਆ, ਈਸ਼ੂ ਭਰਾ ਸਾਡਾ ਉੱਥੋਂ ਦੇਖ ਰਿਹਾ। ਇੱਕ ਲੇਡੀ ਨੂੰ ਜੀ ਬ੍ਰੈਸਟ ਕੈਂਸਰ, ਉਹਦੇ 3 ਜਵਾਕ ਨੇ ਛੋਟੇ ਛੋਟੇ। ਮੈਂ ਤੁਹਾਨੂੰ ਵੂਮਨਸ ਡੇ ਤੇ ਗੱਲ ਸੁਣਾ ਰਿਹਾ ਕਿ ਹੈਪੀ ਵੂਮਨਸ ਡੇ ਕਹਿਣਾ ਤੇ ਵੂਮਨਸ ਲਈ ਕੰਮ ਕਰਨਾ, ਇਹ ਦੋਨਾਂ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਸੋਸ਼ਲ ਮੀਡੀਆ ਤੇ ਸਵੇਰੇ ਉੱਠ ਕੇ ਤਾਂ ਤੁਸੀਂ ਸਵੇਰ ਦੀ ਪੋਸਟ ਦੇਖ ਰਹੇ ਹੋ, ਹੈਪੀ ਵੂਮਨਸ ਡੇ, ਹੈਪੀ ਮੈਨਸ ਡੇ, ਹੈਪੀ ਡਾਕਟਰਸ ਡੇ, ਹੈਪੀ ਹਿਊਮੈਨਿਟੀ ਡੇ, ਬਟ ਵਰਕਿੰਗ ਔਨ ਇਟ ਇਹ ਬਹੁਤ ਵੱਡੀ ਗੱਲ। ਤੇ ਮੈਮ ਵੂਮਨਸ ਦੀ ਇੱਕ ਸੋਚ ਬਣ ਚੁੱਕੇ ਨੇ। ਮੇਰੇ ਘਰੇ ਜਦੋਂ ਪਤਾ ਲੱਗਿਆ ਕਿ ਮੈਮ ਆ ਰਹੇ ਨੇ, ਮੇਰੀ ਮਦਰ ਨੂੰ ਇੰਨੀ ਖੁਸ਼ੀ ਹੋਈ ਕਿ ਕਿੰਨਾ ਸੋਹਣਾ ਕੰਮ ਕਰਦੇ ਨੇ, ਕਿੰਨੇ ਲੋਕਾਂ ਦੇ ਇਹਨਾਂ ਨੇ ਘਰ ਉਜੜਨੋਂ ਬਚਾਤੇ। ਕੈਨ ਯੂ ਇਮੈਜਿਨ ਕਿੰਨੇ ਬੱਚਿਆਂ ਨੇ ਜਿਨ੍ਹਾਂ ਨੇ ਆਪਣੀ ਮਾਂ ਨੂੰ ਅਲੱਗ ਦੇਖਣਾ ਸੀ, ਪਿਓ ਨੂੰ ਅਲੱਗ ਦੇਖਣਾ ਸੀ, ਇਹ ਦੀਦੀ ਨੇ ਪਤਾ ਨਹੀਂ ਕਿੰਨੇ ਕੁ ਘਰ ਬਚਾਤੇ ਸਿਰਫ ਆਪਣੀ ਕਾਉਂਸਲਿੰਗ ਨਾਲ। ਆਪਣੀ ਲਾਈਫ ਲਾਤੀ ਉਹਨਾਂ ਨੇ। ਤੇ ਉਹ ਕੇਸ ਦੇ ਵਿੱਚ ਮੈਮ ਲੇਡੀ ਨੂੰ ਬ੍ਰੈਸਟ ਕੈਂਸਰ ਸੀਗਾ। ਉਹ 5 ਦਿਨ ਤੋਂ ਲਗਾਤਾਰ ਮੇਰੇ ਕੋਲ ਆ ਰਹੀ ਸੀ। ਮੈਮ ਨੇ ਗੱਲ ਕੀਤੀ ਹੈਲਥ ਸਿਸਟਮ ਦੀ ਤੇ ਸਾਡੇ ਸਿਸਟਮ ਦੀ। ਉਹ ਲਗਾਤਾਰ ਮੇਰੇ ਕੋਲ ਪਿਛਲੇ 5 ਦਿਨ ਤੋਂ ਆ ਰਹੀ ਸੀ ਬ੍ਰੈਸਟ ਕੈਂਸਰ ਦੀ। 5 ਦਿਨ ਤੋਂ ਮੇਰੇ ਕੋਲ ਆ ਕੇ ਕਹਿੰਦੀ ਮੇਰੀ 75000 ਦੀ ਦਵਾਈ ਹੈ, ਮੇਰੀ ਹੈਲਪ ਕਰੋ, 75,000 ਰੁਪੀਜ਼। ਮੈਂ ਕਹਿੰਦੀ 75,000 ਰੁਪਏ ਇਕੱਠਾ ਕਰਨਾ ਮੇਰੇ ਲਈ ਬਹੁਤ ਵੱਡੀ ਗੱਲ ਹੈ। ਮੇਰੇ ਲਈ ਵੱਡੀ ਗੱਲ ਤਾਂ ਹੈ ਕਿਉਂਕਿ ਪਿਛਲੇ 7 ਸਾਲਾਂ ਤੋਂ ਮੈਂ ਇੱਕ ਵੀ ਦਿਨ ਸਾਡਾ ਹਸਪੀਟਲ 'ਚ ਨਾਗਾ ਨਹੀਂ। ਡੇਲੀ ਦੀਵਾਲੀ, ਦੁਸ਼ਹਿਰਾ, ਬਰਥਡੇ, ਕੋਈ ਵੀ ਓਕੇਜਨ ਅਸੀਂ ਹਸਪੀਟਲ ਹੀ ਬੈਠਣਾ। ਤੇ ਔਰ ਸਾਰੇ ਇੰਡੀਆ ਨੂੰ ਪਤਾ ਹੈ ਕਿ ਇੱਕ ਸੰਸਥਾ ਉੱਥੇ ਬੈਠਦੀ ਹੈ, ਕੰਮ ਕਰਦੀ ਹੈ। ਜੇ ਕਿਸੇ ਨੇ ਡੋਨੇਸ਼ਨ ਦੇਣੀ ਉੱਥੇ ਚਲੇ ਜਾਓ, ਬਟ ਫਿਰ ਵੀ ਜੇ ਕੋਈ ਨਹੀਂ ਆਉਂਦਾ ਤਾਂ ਮੇਰਾ ਤਾਂ ਕੋਈ ਕਸੂਰ ਨਹੀਂ। ਅਸੀਂ ਉੱਦਾਂ ਹੀ ਬੈਠੇ, ਮਾਤਾ ਮੋਰੇ ਬੈਠੀ ਰੋ ਰਹੀ ਹੈ, ਮੇਰੀ ਜਾਨ ਬਚਾ ਲਓ, ਮੈਂ ਆਪਣੇ ਬੱਚਿਆਂ ਲਈ ਜੀਣਾ ਚਾਹੁੰਦੀ ਹਾਂ, ਮੈਂ ਮਰਨਾ ਨਹੀਂ ਚਾਹੁੰਦੀ, ਮੈਂ ਜੀਣਾ ਚਾਹੁੰਦੀ ਹਾਂ। ਉਹਦੇ 3 ਛੋਟੇ ਛੋਟੇ ਜਵਾਕ, ਮੈਂ ਉਹਨਾਂ ਵੱਲ ਦੇਖਾਂ, ਮਾਂ ਵੱਲ ਦੇਖਾਂ, ਉਹਨੂੰ ਮੈਂ ਹੌਸਲਾ ਦੇ ਗਿਆ ਕਿ ਮੈਂ ਤੇਰੀ ਵੀਡੀਓ ਪਾਊਂਗਾ, ਕੋਈ ਡੋਨਰ ਆਊਗਾ ਤੇ ਤੇਰੀ ਜ਼ਰੂਰ ਹੈਲਪ ਕਰਾਂਗੇ। ਉਹ 4 ਦਿਨ ਅਸੀਂ ਉਹਦੀ ਵੀਡੀਓ ਪਾਈ, 75,000 ਦਾ ਇੰਤਜ਼ਾਮ ਨਹੀਂ ਹੋਇਆ। 5ਵੇਂ ਦਿਨ ਮੈਨੂੰ ਆ ਕੇ ਕਹਿੰਦੀ मैं समझ सकती हूँ कि 75,000 का बहुत ज़्यादा है आपके लिए, आप मेरी एक मदद कीजिए, आप बहुत अच्छे हैं, आप बहुत अच्छा काम करते हैं, मैं आपको नहीं बोलती, पर एक मेरी हेल्प कीजिए, आप मेरे बच्चे संभाल लेना जाने के बाद। भाई अंदरों वो चीख पई ना, मतलब मैं पूरा हिल गया अंदरों कि मैं इस लेडी नूं मोरे बैठी नूं जवाब की दवां। कि मैं वूमेंस डे ते गल कर रहा कि कितना सौखा है विश करना ते कितना औखा उन्हां लई काम करना। ते उस भैन नूं मैं कहा, अपने टीम मैंबर नूं कहा कि यार इहनूं 75,000 की दवाई लै दो, कोई नहीं, पैसों का अरेंजमेंट देखी जाऊगी, जो भी होगा। ਹੁਣ ਉਹ ਗੱਲ ਹੀ ਐਸੀ ਕਹਿ ਗਈ ਕਿ ਮੇਰੇ ਬੱਚੇ ਸਾਂਭ ਲਿਓ। ਤੇ 3-3 ਸਾਲ ਦੇ ਬੱਚੇ ਮਾਂ ਦੀ ਜਗ੍ਹਾ ਕੌਣ ਲੈ ਸਕਦਾ ਬਾਈ? ਕੋਈ ਨਹੀਂ ਲੈ ਸਕਦਾ ਦੁਨੀਆ 'ਚ। ਅਸੀਂ ਟੀਮ ਨੂੰ ਕਿਹਾ, ਆਪਣੀ ਇਸ਼ੂ ਨੂੰ ਮੈਂ ਕਿਹਾ ਇਸ਼ੂ 75,000 ਦੀ ਇਹਨਾਂ ਨੂੰ ਦਵਾਈ ਲੈ ਦੇ, ਕੋਈ ਨਹੀਂ, ਪੈਸਿਆਂ ਦੀ ਦੇਖੀ ਜਾਊਗੀ, ਅਸੀਂ ਟੀਮ ਆਪਸ ਵਿੱਚ ਦੇਖ ਲਾਂਗੇ ਕੀ ਕਰਨਾ। ਪਰ ਮੈਨੂੰ ਪਤਾ ਨਹੀਂ ਸੀ ਪੈਸੇ ਆਣੇ ਕਿੱਥੋਂ। ਤੇ ਮੈਨੂੰ ਇਸ਼ੂ ਕਹਿੰਦਾ ਬਾਈ 75,000 ਰੁਪਇਆ ਆਊਗਾ ਕਿੱਥੋਂ, ਆਪਾਂ ਦਵਾਈ ਤਾਂ ਲੈ ਦਿੰਦੇ ਹਾਂ, ਦਵਾਈ ਲੈਣ ਤੋਂ ਬਿਨਾਂ ਪੈਸੇ ਤੋਂ ਦੇਣੇ। ਤੁਸੀਂ ਯਕੀਨ ਮੰਨੋ, ਮੈਂ ਗੁਰਦੁਆਰਾ ਸਾਹਿਬ ਸਾਹਮਣੇ ਲੱਗਦੇ ਨੇ 8 ਵਜੇ ਉਸ ਲੇਡੀ ਨੂੰ ਕਮਿਟਮੈਂਟ ਦਿੱਤੀ ਕਿ 75,000 ਦੀ ਦਵਾਈ ਲੈ ਲੈ। ਔਰ ਰਾਤੀ 11 ਵਜੇ ਅਨਨੋਨ ਨੰਬਰ ਤੋਂ ਮੈਨੂੰ ਕਾਲ ਆਉਂਦੀ ਹੈ ਕਿ ਭਾਜੀ ਮੈਂ ਫਲਾਣਾ ਬੰਦਾ ਬੋਲ ਰਿਹਾ ਚੰਡੀਗੜ੍ਹ ਤੋਂ, ਮੇਰੀ 1 ਲੱਖ ਰੁਪਏ ਦੀ ਸੇਵਾ ਕਿੱਥੇ ਜਮ੍ਹਾਂ ਕਰਾਵਾਂ। ਭਾਈ ਉਹਦਾ ਫੋਨ ਸੁਣ ਕੇ ਮੈਂ ਮਿਊਟ ਹੋ ਗਿਆ, ਮੇਰੇ ਕੋਲ ਬੋਲਿਆ ਨਹੀਂ। ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ, ਜਦੋਂ ਤੁਸੀਂ ਸਮਾਜ ਦੇ ਭਲਾਈ ਲਈ ਕੁਝ ਵੀ ਕਰਦੇ ਹੋ ਨਾ, ਤਾਂ ਰੱਬ ਉੱਪਰੋਂ ਥੱਲੇ ਆ ਕੇ ਆਪ ਤੁਹਾਡਾ ਸਾਥ ਦਿੰਦਾ। ਇੱਕ ਹਿੰਦੀ ਫਿਲਮ ਦਾ डायलॉग भी है कि जब हम किसी चीज़ को दिल से चाहते हैं ना, तो पूरी कायनात उसको आपको मिलाने में उसकी कोशिश में लग जाती है। तो जिस हिसाब नाल मैम ਚੱਲੇ ਹੋਏ ਨੇ, ਮੈਨੂੰ ਇੱਥੇ ਕਿੰਨੀ ਕੁ ਖੁਸ਼ੀ ਹੈ ਕਿ ਸ਼ਾਇਦ ਮੇਰੇ ਕੋਲ ਸਾਖਸ਼ਾਤ ਰੱਬ ਹੀ ਆ ਕੇ ਬਹਿ ਗਿਆ, ਕਿਉਂਕਿ ਮੈਂ ਰੱਬ ਕਦੀ ਦੇਖਿਆ ਨਹੀਂ। ਰੱਬ ਇਨਸਾਨ ਦੇ ਅੰਦਰ ਹੈ ਨਾ। ਜੇ ਆਪਾਂ ਕਹੀਏ ਇੱਕ ਮਿਊਟ ਰੱਬ ਇੱਥੇ ਬਿਠਾਤਾ, ਨਾ ਉਹ ਦੁੱਖ ਸੁਣ ਸਕਦਾ, ਨਾ ਉਹ ਦੁੱਖ ਹੱਲ ਕਰ ਸਕਦਾ, ਨਾ ਉਹ ਜੇਬ ਚੋਂ ਪੈਸੇ ਕੱਢ ਕੇ ਦੇ ਸਕਦਾ, ਕਿਉਂਕਿ ਅਸੀਂ ਜਿਹੜੇ ਰੱਬ ਨੂੰ ਪੈਸੇ ਚੜਾਉਂਦੇ ਆ ਉਹ ਰੱਬ ਕੋਲ ਪਏ ਹੁੰਦੇ, ਪਰ ਉਹ ਰੱਬ ਨੂੰ ਉੱਥੋਂ ਚੱਕ ਕੇ ਦੇਣ ਦਾ ਹੁਕਮ ਨਹੀਂ ਹੁੰਦਾ। ਜੇ ਰੱਬ ਦੇ ਅੰਦਰ ਵੀ ਜਾਨ ਹੋਵੇ ਨਾ, ਉਹ ਵੀ ਚੱਕ ਕੇ ਉੱਥੋਂ ਭਾਣ ਫੜਾ ਦੇਵੇ ਕਿ ਚੱਕ ਕੇ ਯਾਰ ਤੂੰ ਜਾ ਕੇ ਆਪਣਾ ਮਰੀਜ਼ ਬਚਾ। ਬਟ ਬੀਇੰਗ ਅ ਲੇਡੀ ਜੋ ਇਹ ਕਰ ਰਹੇ ਨੇ ਸਾਡੇ ਸਮਾਜ ਲਈ, ਮੈਨੂੰ ਦੱਸਣ ਦੀ ਲੋੜ ਨਹੀਂ। ਵੀਡੀਓਜ਼ ਦੇ ਵਿੱਚ ਤਾਂ ਤੁਸੀਂ 1% ਕੰਮ ਦੇਖਦੇ ਹੋ, ਪਰ ਕਿਤੇ ਆਫਿਸ ਜਾ ਕੇ ਦੇਖ ਲਓ ਨਾ, ਤੁਸੀਂ ਸਾਰੀਆਂ ਗੱਲਾਂ ਛੱਡੋ। ਮੇਰੇ ਕੋਲ ਅੱਜ ਪਤਾ ਲੱਗਿਆ ਮੈਂ ਮਾਰੇ ਨੇ ਘੱਟੋ ਘੱਟ 50 ਕੇਸ ਮੇਰੇ ਕੋਲ ਹਰਾਸਮੈਂਟ ਦੇ ਤੱਕ ਹੀ ਬੈਠੇ। ਔਰ ਮੈਂ ਥੈਂਕ ਯੂ ਕਰਨਾ ਚਾਹੁੰਦਾ, ਅੱਜ ਸਾਡੇ ਕੋਲ ਇੱਕ ਕਪਲ ਆਏ ਹੋਏ ਨੇ, ਇਹਨਾਂ ਨੇ ਵੀ ਅੱਜ ਵੂਮਨਸ ਡੇ ਤੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ। ਮੈਂ ਜ਼ਰੂਰ ਕਹੂੰਗਾ ਅੱਗੇ ਆਓ।
ਜਿਨ੍ਹਾਂ ਨੇ ਆਪਣਾ ਅੱਜ ਸਾਰਾ ਸ਼ਗਨ, ਕੀ ਨਾਮ ਹੈ ਵੀਰੇ ਤੁਹਾਡੇ ਦੋਨਾਂ ਦਾ? ਮਨਿੰਦਰ ਕੌਰ, ਰਵੀ ਕੁਮਾਰ। ਮਨਿੰਦਰ ਕੌਰ ਤੇ ਰਵੀ ਕੁਮਾਰ ਜੀ, ਇਹਨਾਂ ਲਈ ਬਹੁਤ ਮਤਲਬ ਇੱਕ ਤਾੜੀਆਂ ਵੀ ਮੈਨੂੰ ਲੱਗਦਾ ਛੁੱਟੀਆਂ ਨੇ ਇਹਨਾਂ ਲਈ, ਜੋ ਇਹਨਾਂ ਨੇ ਕੀਤਾ ਅੱਜ ਜੋ ਇਹਨਾਂ ਨੇ ਐਗਜ਼ਾਮਪਲ ਸੈੱਟ ਕੀਤੀ ਹੈ। ਮਤਲਬ ਮੇਰਾ ਡ੍ਰੀਮ ਸੀਗਾ ਇਹ, ਔਰ ਮੈਂ ਆਪਣੇ ਹਮੇਸ਼ਾ ਯਾਰਾਂ ਨੂੰ, ਮੇਰੀ ਸਿਸਟਰ ਹੈ ਘਰੇ, ਮੇਰਾ ਵੀ ਸਾਰੇ ਸਾਡੇ ਪਰਿਵਾਰ ਦਾ ਡ੍ਰੀਮ ਹੈ ਕਿ ਵਿਆਹ ਤੇ ਫालतू ਰੁਪਈਆ ਲਾਉਣ ਨਾਲੋਂ ਹਰ ਇੱਕ ਪਿਓ ਚਾਹੁੰਦਾ ਮੇਰੀ ਕੁੜੀ ਵਸਦੀ ਰਵੇ, ਹੈ ਨਾ। ਤੁਸੀਂ ਵੀ ਮੈਮ, ਤੁਸੀਂ ਵੀ, ਤੁਹਾਡੇ ਵੀ 2 ਬੇਟੇ ਆ, ਹਰ ਬੰਦਾ ਬੇਟਾ ਜਾਂ ਬੇਟੀ ਹੋਵੇ ਇਹੀ ਚਾਹੁੰਦਾ ਮੇਰੇ ਬੱਚਿਆਂ ਦਾ ਘਰ ਵਸੇ। ਪਰ ਉਹ ਪਿਓ ਆਪਣੀ ਕੁੜੀ ਦੇ ਵਿਆਹ ਤੇ 5 ਕਰੋੜ ਰੁਪਏ ਫੂਕ ਕੇ ਲੋਕਾਂ ਨੂੰ ਖਵਾ ਕੇ ਇਹ ਦੁਆ ਕਰਦਾ ਕਿ ਮੇਰੀ ਕੁੜੀ ਦਾ ਘਰ ਵਸੇ। ਉਹ 5 ਕਰੋੜ ਦੇ ਵਿੱਚੋਂ ਜੇ 50 ਲੱਖ ਰੁਪਏ ਕਿਤੇ ਦਾਨ ਦਿੱਤਾ ਹੋਵੇ ਨਾ ਕਿਸੇ ਲੋੜਵੰਦ ਨੂੰ, ਤਾਂ ਮੈਂ ਗਰੰਟੀ ਦਿੰਦਾ ਕਿ ਉਹ 5 ਕਰੋੜ ਲਾ ਕੇ ਘਰ ਵਸਣ ਦੀ ਗਰੰਟੀ ਹੈ ਕਿ ਨਹੀਂ ਹੈ, ਪਰ ਉਹ 50 ਲੱਖ ਰੁਪਏ ਡੋਨੇਟ ਕਰਕੇ ਘਰ ਵਸਣ ਦੀ ਗਰੰਟੀ ਪੂਰੀ ਹੈ। ਪਰ ਬਾਈ ਜੀ ਅੱਜ ਇਹ ਭੈਣ, ਜਦੋਂ ਮੈਨੂੰ ਪਹਿਲੀ ਵਾਰੀ ਫੋਨ ਆਇਆ, ਸਾਡੇ ਟੀਮ ਮੈਂਬਰ ਨੇ ਜਲੰਧਰ ਤੋਂ ਕਰਨ ਭਾਜੀ, ਮੈਨੂੰ ਉਹਨਾਂ ਦੀ ਕਾਲ ਆਈ ਕਿ ਵੀਰੇ ਸਾਡੇ ਇੱਕ ਟੀਮ ਮੈਂਬਰ ਦੀ ਸਿਸਟਰ ਦਾ ਵਿਆਹ ਹੈ ਤੇ ਤੁਸੀਂ ਉਸ ਵਿਆਹ ਤੇ ਆਣਾ ਹੈ। ਮੈਂ ਕਹਿੰਦੀ ਜ਼ਰੂਰ। ਉਸ ਵਿਆਹ ਤੇ ਖਾਸ ਗੱਲ ਕੀ ਸੀ, ਮੈਂ ਜਦੋਂ ਜਲੰਧਰ ਇਸ ਭੈਣ ਦੇ ਵਿਆਹ ਤੇ ਗਿਆ ਤੇ ਬਾਈ ਰਵੀ ਜੀ, ਇਹਨਾਂ ਨੇ ਵਿਆਹ ਤੇ ਸ਼ਗਨ ਲੈਣੋਂ ਮਨਾ ਕੀਤਾ ਹੋਇਆ ਸੀਗਾ, ਤੇ ਜਿੰਨਾ ਵਿਆਹ ਦਾ ਸ਼ਗਨ ਇਕੱਠਾ ਹੋਇਆ ਇਹਨਾਂ ਨੇ ਬਾਕਸ ਲਾਇਆ ਹੋਇਆ ਸੀਗਾ ਕਿ ਜਿੰਨਾ ਵੀ ਸ਼ਗਨ ਇਕੱਠਾ ਹੋਏਗਾ ਉਹ ਸਾਰਾ ਦਾ ਸਾਰਾ ਇਸ NGO ਦੇ ਵਿੱਚ ਮਰੀਜ਼ਾਂ ਨੂੰ ਡੋਨੇਟ ਕੀਤਾ ਜਾਏਗਾ। ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਇਹ ਜੁਰਤ ਲਿਆਣੀ, ਇਹ ਹਿੰਮਤ ਲਿਆਣੀ, ਇਹ ਵੀ ਇੱਕ ਵੂਮਨ ਦੀ ਐਗਜ਼ਾਮਪਲ ਹੈ ਵੂਮਨਸ ਡੇ ਤੇ। ਇੱਦਾਂ ਦੀਆਂ ਹਜ਼ਾਰਾਂ ਐਗਜ਼ਾਮਪਲਸ ਸਾਡੇ ਕੋਲ ਇੱਥੇ 20 ਐਗਜ਼ਾਮਪਲਸ ਬੈਠੀਆਂ ਵੀ ਹੋਣੀਆਂ ਕਿ ਵੂਮਨਸ ਡੇ ਦਾ ਮਤਲਬ ਕੀ ਹੈ। ਬਾਕੀ ਮੈਮ ਨੇ ਤੁਹਾਨੂੰ ਬਹੁਤ ਬਖੂਬੀ ਐਕਸਪਲੇਨ ਕੀਤਾ, ਤੇ ਮੈਂ ਪੂਰੀ ਦੁਨੀਆ ਨੂੰ ਬੇਨਤੀ ਕਰਦਾ ਕਿ ਤੁਸੀਂ ਮੈਮ ਦੀ ਪਾਰਟੀ ਦਾ ਟੈਗ ਛੱਡ ਕੇ ਮੈਮ ਨੂੰ ਜੇ ਸਭ ਕੁਝ ਮੰਨੋ, ਕਿਉਂਕਿ ਯਾਰ ਤੁਸੀਂ ਦੇਖੋ, ਮੈਂ ਜੇ ਗੱਲ ਕਨਫੈਸ ਕਰਾਂ ਨਾ ਕੈਮਰੇ ਤੇ, ਮੈਨੂੰ ਕੋਈ ਡਰ ਨਹੀਂ ਹੈ, ਕਿਉਂਕਿ ਮੈਂ ਮੈਮ ਨਾਲ ਦਿਲੋਂ ਪਿਆਰ ਕਰਦਾ ਤੇ ਦਿਲੋਂ ਮੈਂ ਇਹਨਾਂ ਨੂੰ ਆਪਣੀ ਵੱਡੀ ਸਿਸਟਰ ਮੰਨਦਾ। ਇਹ ਜਿੱਥੇ ਮੈਨੂੰ ਖੜਾਣਗੇ ਮੈਂ ਖੜ ਵੀ ਜਾਊਂਗਾ, ਜਿੱਥੇ ਮੈਨੂੰ ਬਿਠਾਣਗੇ ਮੈਂ ਬਹਿ ਵੀ ਜਾਊਂਗਾ, ਇਸ ਲਈ ਨਹੀਂ। ਤੁਸੀਂ ਕਿੰਨੇ ਟਾਈਮ ਤੋਂ ਮੈਨੂੰ ਅਨਮੋਲ ਇੰਨੀਆਂ ਸਾਰੀਆਂ ਲੇਡੀਜ਼ ਦੀਆਂ ਕੰਪਲੇਂਟ ਭੇਜਦਾ ਹੈ। ਮੈਂ ਜਾਣਦੀ ਨਹੀਂ ਸੀ, ਜਦੋਂ ਅਨਮੋਲ ਨੇ ਮੈਨੂੰ ਫੇਸਬੁੱਕ ਤੇ ਮੈਸੇਜ ਕੀਤੇ, ਸ਼ਾਇਦ 2018 ਤੋਂ ਅਨਮੋਲ ਮੈਨੂੰ ਇੰਨੀਆਂ ਸਾਰੀਆਂ ਲੜਕੀਆਂ ਦੀਆਂ ਕੰਪਲੇਂਟਸ, ਇੰਨੇ ਸਾਰੇ ਜਿੰਨੇ ਵੀ ਘਰ ਸੈਟਲ ਕੇਸ ਸੈਟਲ ਹੋਏ ਨੇ, ਉਹਦੇ ਵਿੱਚ ਅਨਮੋਲ ਦਾ ਬਹੁਤ ਵੱਡਾ ਯੋਗਦਾਨ ਹੈ। ਪਰ ਇਹ ਮੈਨੂੰ ਅੱਜ, ਮੈਂ ਸੌਰੀ ਟੂ ਸੇ ਅਨਮੋਲ, ਇਹ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਮੈਮ ਸੋਸ਼ਲ ਮੀਡੀਆ ਤੇ ਇਸ ਔਰਤ ਦਾ, ਇਸ ਭੈਣ ਦਾ ਘਰ ਵਸਾਣਾ ਹੈ, ਤੁਸੀਂ ਮੇਰਾ ਨਾਮ ਨਾ ਲਿਓ, ਮੇਰਾ ਨਾਮ ਨਾ ਲਿਓ। ਤੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਹਿਣਾ। ਮੈਨੂੰ ਕਈ ਵਾਰੀ ਹੁਣ ਮੈਂ ਜਦੋਂ ਅਨਮੋਲ ਦਾ ਕੰਮ ਤੇ ਮੈਂ ਗੌਰ ਕਰਨਾ ਸ਼ੁਰੂ ਕੀਤਾ ਕਿ ਇਹ ਕਿੰਨਾ ਵੱਡਾ ਇਨਸਾਨੀਅਤ ਵਾਸਤੇ 26 ਸਾਲ ਦਾ ਬੱਚਾ, ਮੇਰਾ ਬੇਟਾ ਅਨਮੋਲ ਤੋਂ ਵੱਡਾ ਹੈ ਤੇ ਕੰਮ ਕਰ ਰਿਹਾ ਹੈ, ਤੇ ਇਹ ਬਹੁਤ ਜਿੰਨੀ ਪ੍ਰਸ਼ੰਸਾ ਕੀਤੀ ਜਾਏ। ਮੈਨੂੰ ਉਹਨਾਂ ਨੇ ਦੀਦੀ ਕਿਹਾ, ਮੈਂ ਦੀ ਮਾਮਾ ਤਰ੍ਹਾਂ ਵਾਂ, ਵੱਡੀ ਭੈਣ ਕਿਹਾ, ਤੇ ਮੈਂ ਹਮੇਸ਼ਾ ਇਹਦੇ ਨਾਲ ਜੁੜੀ ਰਹਾਂਗੀ। ਜੋ ਇਸ ਦੇ ਕਪਲ ਨੇ ਇੱਕ ਮੈਸੇਜ ਐਗਜ਼ਾਮਪਲ ਸੈੱਟ ਕੀਤਾ ਹੈ, ਸਾਡੀ ਪੰਜਾਬ ਸਟੇਟ ਵਿਮਨ ਕਮਿਸ਼ਨ ਇਸ ਕਪਲ ਨੂੰ ਵੀ ਆਨਰ ਕਰੇਗਾ। ਅਸੀਂ ਭੇਜਾਂਗੇ ਇਹਨਾਂ ਨੂੰ, ਤੇ ਸਾਡੇ ਅੰਬੈਸਡਰ ਬਣਨਗੇ ਹਸਬੈਂਡ ਵਾਈਫ ਦੋਨੋਂ, ਸੋਸਾਇਟੀ ਲਈ, ਸਮਾਜ ਲਈ, ਕਿ ਇਸ ਤਰ੍ਹਾਂ ਦੇ ਐਗਜ਼ਾਮਪਲ ਸੈੱਟ ਹੋਣੇ ਚਾਹੀਦੇ ਨੇ। ਮੈਂ ਇਹ ਨਹੀਂ ਕਹਿੰਦੀ, ਅਸੀਂ ਪੰਜਾਬੀ ਹਾਂ, ਅਸੀਂ ਸ਼ਾਨ ਨਾਲ ਜੀਂਦੇ ਹਾਂ, ਅਸੀਂ ਸ਼ਾਨ ਨਾਲ ਖਰਚ ਕਰਨੇ ਆ, ਤੇ ਅਸੀਂ ਸ਼ਾਨ ਨਾਲ ਹੀ ਦਾਨ ਵੀ ਕਰਨੇ ਆ, ਅਸੀਂ ਸ਼ਾਨ ਨਾਲ ਖੜਦੇ ਆ। ਜੋ ਸ਼ਾਨ ਅਸੀਂ ਕੋਵਿਡ ਦੇ ਵਿੱਚ ਲੋਕਾਂ ਨੂੰ, ਅਨਮੋਲ ਨੇ ਵੀ ਹਿੰਮਤ ਦਿਖਾਈ, ਸਾਡੀ ਸਿੱਖ ਕਮਿਊਨਿਟੀ ਨੇ ਦਿਖਾਈ, ਸਾਡੇ ਹਿੰਦੂ ਹਰ ਕੌਮ ਨੇ, ਪੰਜਾਬ ਦੇ ਹਰ ਕੌਮ ਦੇ ਬੰਦੇ ਨੇ ਦਿਖਾਈ, ਕੋਵਿਡ ਇਸ ਦਰਿਆ ਦੀ ਵੀ ਦਿਖਾਈ। ਤੇ ਇਹ ਇੱਕ ਐਗਜ਼ਾਮਪਲ ਇਸ ਕਪਲ ਨੇ ਸੈੱਟ ਕੀਤਾ ਹੈ। ਮੈਂ ਚਾਹੁੰਦੀ ਹਾਂ ਹਰ ਪੰਜਾਬੀ ਪਰਿਵਾਰ, ਕੋਈ ਵੀ ਕਮਿਊਨਿਟੀ ਦਾ ਹੋਵੇ, ਤੁਸੀਂ ਆਪਣੇ ਬੱਚਿਆਂ ਦੇ ਵਿੱਚ ਖੁਸ਼ੀ ਚਾਹ ਕਰੋ, ਪਰ ਕਿਤੇ ਨਾ ਕਿਤੇ ਇੱਕ ਥੋੜਾ ਜਿਹਾ ਸ਼ੇਅਰ ਇਹੋ ਜਿਹੇ ਜ਼ਰੂਰਤਮੰਦ ਲੋਕਾਂ ਵਾਸਤੇ ਵੀ ਜ਼ਰੂਰ ਕੱਢੋ। ਇਹ ਐਗਜ਼ਾਮਪਲ ਸੈੱਟ ਕੀਤਾ ਹੈ। ਮੇਰੇ ਘਰ ਵੀ 2 ਬੇਟੇ ਨੇ, ਮੈਂ ਵੀ ਇੱਕ ਮੈਸੇਜ ਲੈ ਕੇ ਜਾ ਰਹੀ ਹਾਂ। ਮੇਰੀ ਵੀ ਪ੍ਰਾਇੋਰਟੀ ਇਹ ਰਹੇਗੀ ਕਿ ਮੈਂ ਆਪਣੇ ਬੱਚਿਆਂ ਦਾ ਵਿਆਹ ਤੇ ਕਰਾਂਗੀ, ਪਰ ਸਭ ਤੋਂ ਪਹਿਲਾਂ ਜਿਹੜੀ ਮੈਨੂੰ ਖੁਸ਼ੀ ਮਿਲੇਗੀ, ਔਰ ਮੈਂ ਕਰਦੀ ਹਾਂ, ਮੇਰਾ ਜਿਹੜਾ ਇੱਕ ਰੂਟੀਨ ਹੈ, ਮੇਰੀ ਜਿਹੜੀ ਇੱਕ ਅਸਲੀ ਦੁਨੀਆ ਹੈ, ਮੈਂ ਐਨੀਮਲਸ ਦੇ ਨਾਲ ਜੁੜੀ ਹੋਈ ਹਾਂ। ਮੇਰੇ ਕੋਲ ਸਟਰੀਟ ਡੌਗ ਨੇ 100 ਸਟਰੀਟ ਡੌਗਸ ਨੇ। ਮੇਰਾ ਜਿਹੜਾ ਇੰਟਰਨਲ ਪੀਸ ਹੈ, ਉਹ ਮੈਨੂੰ, ਮੈਂ ਜਦੋਂ ਘਰ ਤੋਂ ਜਾਂਦੀ ਹਾਂ, ਸਵੇਰੇ ਉੱਠ ਕੇ 6 ਵਜੇ ਮੇਰੀ ਰੂਟੀਨ ਸ਼ੁਰੂ ਹੋ ਜਾਂਦੀ ਹੈ। ਮੈਂ ਆਪਣੀ ਮਾਰਨਿੰਗ ਵਾਲੀ ਟੀ ਬਾਅਦ ਵਿੱਚ ਪੀਂਦੀ ਹਾਂ, ਉਹਨਾਂ ਨੂੰ ਖਾਣਾ ਖਵਾ ਕੇ। ਉਹ ਮੇਰਾ ਸਿਰਫ ਮੈਂ ਅੱਜ ਤੱਕ ਸੋਸ਼ਲ ਮੀਡੀਆ ਤੇ ਕਦੀ ਸ਼ੇਅਰ ਵੀ ਨਹੀਂ ਕੀਤਾ, ਕਿਉਂਕਿ ਮੈਨੂੰ ਸਕੂਨ ਦਿੰਦਾ ਉਹ। ਮੇਰਾ ਜਿੰਨਾ ਸਟ੍ਰੈਸ ਮੈਂ ਸਵੇਰ ਤੋਂ ਲੈ ਕੇ ਰਾਤ ਤੱਕ ਆਫਿਸ ਵਿੱਚ ਬੈਠ ਕੇ ਲੈ ਕੇ ਜਾਂਦੀ ਹਾਂ, ਉਹ ਮੇਰਾ ਘਰ ਜਾਂਦਿਆਂ ਹੀ ਉਹ ਸਟ੍ਰੈਸ, ਅੰਮ੍ਰਿਤਸਰ ਵਿੱਚ ਮੇਰਾ ਆਪਣਾ ਘਰ ਹੈ, ਚੰਡੀਗੜ੍ਹ ਵਿੱਚ ਸਰਕਾਰੀ ਘਰ ਦੇ ਵੀ ਮਿਲਿਆ ਹੋਇਆ ਹੈ, ਹਰ ਜਗ੍ਹਾ ਤੇ ਮੇਰੇ ਕੋਲ ਡੌਗ ਨੇ। ਮੇਰੀ ਗੱਡੀਆਂ 'ਚ
ਪੈੜੀ ਗਿਰੀ ਦੀ ਬੋਲੀਆਂ ਪਈਆਂ ਹੋਈਆਂ ਨੇ ਤੇ ਉਹ ਮੇਰਾ ਇੱਕ ਇੰਟਰਨਲ ਪੀਸ ਹੈ। ਪਰ ਚਲੋ ਉਹਨਾਂ ਨੂੰ ਵੀ ਹੱਕ ਕੇ ਸ਼ਾਇਦ ਮੈਨੂੰ ਲੱਗਦਾ ਹੈ ਕਿ ਅੱਜ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਉਹਨਾਂ ਦੀ ਕਿਸਮਤ ਦਾ ईश्वर ने जिन्हों भी इस सृष्टि के थे भेजे है, चाहे वो इंसान है, चाहे जानवर है, चाहे कोई पंछी है, चाहे पेड़ पौधे ने कर्मा भुगत रहे ने, हर इंसान अपना लिखवा के आया ते सानू अपना जरूर रोल अदा करना चाहिए, अपने कर्म जरूर करने चाहिए ने। कोविड ने दिखाता कर्मा का कितना बड़ा रोल है। तो मैं पूरे पंजाब को एक अपील करती हाँ कि अनमोल पात्रा नू अगे वध के हाथ बढ़ाओ, सपोर्ट करो। जो भी कोई पोस्ट आंदा है इस बच्चे की बाजुआ करो। मैं भी अपील करती आंगी, मैं अनमोल नू भी कहूँगी जो भी किसी ਇਹੋ ਜਿਹੇ केस साडे सपोर्ट की लोड़ होए। पंजाब के लोग बड़े दरिया दिल ने, जजमेंटल जरूर हो जाते हैं, पर मैनू लगता है वो इनोसेंट ने ਜਿਹੜੇ लोग सोशल मीडिया ते कमेंट भी पाते हैं। किते ना किते अनमोल मैनू महसूस होंदा उन्होंने पास्ट एक्सपीरियंस यूज एंड थ्रो लोग करते हैं। ਇਹਨਾਂ ਵਿਚਾਰਿਆਂ ਨੂੰ ਜ਼ਮੀਨੀ ਹਕੀਕਤ ਵੀ ਨਹੀਂ ਪਤਾ ਹੁੰਦੀ, ਸੱਚਾਈ ਤੋਂ ਕੋਸੋਂ ਦੂਰ ਨੇ ਇਹ ਲੋਕ। ਦੇਖੋ ਜਿਹੜੀ ਬੱਚੀ ਨੂੰ ਮਿਲ ਕੇ ਆਈਆਂ ਉਹਨੂੰ ਮੈਂ ਪੁੱਛਿਆ ਤੈਨੂੰ ਕੋਈ ਪੋਲੀਟੀਕਲ ਨੁਮਾਇੰਦਾ ਦੇਖਣ ਆਇਆ? ਕੁੜੀ ਰੋ ਪਈ, ਕੋਈ ਨਹੀਂ ਆਇਆ। ਦਿਲਰੋਜ਼ ਦੇ ਫਾਦਰ ਨੂੰ ਪੁੱਛ ਕੇ ਦੇਖੋ, ਮੈਂ ਉਹ ਲਫ਼ਜ਼ ਹੀ ਨਹੀਂ ਬੋਲਣਾ ਚਾਹੁੰਦੀ ਜਦੋਂ ਮੈਂ ਇੱਕ ਪੋਲੀਟੀਕਲ ਨੁਮਾਇੰਦੇ ਨੂੰ ਫੋਨ ਕਰਕੇ ਕਿਹਾ ਕਿ ਉਹ ਬੱਚੀ ਦੇ ਘਰ ਜਾਓ, ਔਰ ਉਹਨਾਂ ਨੇ ਜੋ ਮੈਨੂੰ ਅੱਗੋਂ ਗੱਲ ਕਹੀ ਉਹ ਮੈਂ ਹੁਣ ਬੋਲ ਕੇ ਉਸ ਪਰਿਵਾਰ ਦਾ ਦਿਲ ਨਹੀਂ ਦੁਖਾਉਣਾ ਚਾਹੁੰਦੀ। ਤੇ ਇਹ ਰੋਲ ਹੈ ਇਮੋਸ਼ਨਸ ਦੀ ਸੀੜੀ ਬਣਾਇਆ ਜਾਂਦਾ ਹੈ, ਪਰ ਕੀ ਕਰੀਏ ਐਨੀ ਸਮੇਂ ਬਦਲੇਗਾ, ਚੇਂਜ ਹੋਣਗੀਆਂ ਇਹ ਚੀਜ਼ਾਂ। ਤੁਸੀਂ ਸਾਡੇ ਜਿਹੋ ਜਿਹੇ ਲੋਕ ਅਸੀਂ ਚੇਂਜ ਕਰਾਂਗੇ, ਜਜਮੈਂਟਲ ਨਾ ਹੋਵੋ। ਮੈਨੂੰ ਲੋਕੀ ਕਹਿੰਦੇ ਨੇ ਹੱਸਦੀ ਰਹਿੰਦੀ ਹੈ, हाँ मैं हंसती हाँ जे मेरी स्माइल जे कोई लड़की स्टॉल लगा रही है उन्हें स्टॉल पे जाके जे किसी ने आंसू पूछ रही है मेरी स्माइल तो मनीषा गुलाटी इस तरह की हंसती रहेगी और खुशियां बिखेरती रहेगी। थैंक यू। मैं तुहानू अपना एक्सपीरियंस दसदा दिलों। हर बंदे का ना एक ड्रीम होता, जिवें मैम ने गल की थी कि डॉग्स लिए मैम का जो प्यार है, मेरा भी एक ड्रीम सीगा मैम कि ना डॉग्स लिए मैं कुछ करा। पर मेरा ड्रीम ना उदा नहीं होंदा कि सब कुछ दुनिया 'च मैं ही करा। मैं डॉग्स का भी करना, मैं बंदियां का भी करना, मैं भैनों भी खड़ जा, मैं बूटियां का भी करना, मैं सब कुछ करना। इट इज़ प्रैक्टिकली नॉट पॉसिबल। तो मैं की किया, मैं भैन एक दीदी चला रहे हैं, पूजा भैन ने लुधियाने डॉग्स शेल्टर चला रहे हैं, 400 के तकरीबन अपाहिज डॉग्स ने। मैं जो उन्होंने इंटरव्यू देखी मैं इन्ना इमोशनल हो गया, मैं मेरा सुपना पूरा हो। और मैं जो भैन को फोन किया वो लिटरली तरस रही सी कि साढ़े को पैडिग्री भी डॉग्स को पाल नहीं है। और असी दीदी उत्थे पहुंचे, जाके उन्होंने वीडियो पाई, तुम यकीन मनो वो वीडियो पा के पैडिग्री का चलो उन्होंने को क्विंटल के ढेर लग गए। हुण एक डोनर ने उन्होंने 13 लाख रुपए की जगह तक डोनेट करती साढ़े कि तू इन्हां दी सेवा कर। तो दूजी मैं गल कर रहा थी पावर की। अज इतने मेरे मैं माँ ही कहूँगा अपनी माँ ही कहा उन्होंने कि मेरा बेटा तो तो बड़ा है। दो चीज़ां होंदियां, एक होंदा पावरलैस बंदा, एक होंदा पावर वाला बंदा। ये पावर वाले शख्स ने ये जो पावर नाल कर सकते हैं, कहते ना कि कलम की ताकत तलवार की ताकत से बड़ी होती है। तो घर के एक वड्डी भैन, एक माँ या प्यो या बच्चा एक पावर के होना चाहिए जो तुसीं पंजाब बचाना है। नहीं तो मेरे सोशल मीडिया से बोल बोल के हुण मैम ने लीडर्स की गल की, मैं गल बोलना नहीं चाहता। अमृतसरों उठ के चंडीगढ़ उठ के मैम लुधियाने आ गए इस मुंडे ने अप्रीशिएट कर की गल लुधियाने के लीडर्स कितने हैं। भाई मैं तरसदा सीगा कि मैनू भी आके पेट से थापी मार दे। मैं कभी पैसे तो नहीं मंगे, मैं तो कभी नहीं मैम नूं कहा कि तुसीं प्लीज़ सरकारी फंड चों मैनूं 20-25 लाख रुपये दवा दो। सिर्फ एक शाबाशी का भूखा सीगा कि मैं एक आके पेट से थापड़ा दे दो, क्योंकि मैनू पता कि पावरलैस बंदे की कदर की है। पावरलैस बंदा मेरे वर्गा जिहदे कोल पावर नहीं है, वो सिर्फ बोल सकता है, आवाज़ चक सकता है, पर मैम अपने साइन के नाल बहुत कुछ कर सकते हैं। जे इन्होंने कहता ना कि काम होना है तो वह होना है, जो साडे वर्गा कह दे काम होना है, वो काम होवे ना होवे वो अफसर के हाथ है। तो बीइंग एट पावर जो मैम कर रहे हैं एक काबिल तारीफ है। एक कहते छोटा सा बच्चा खड़ा है ना, आ खड़ा, कितनी उम्र लगती है, कितनी एज है तेरी भाई? 11 years। मैं आके पूछता मनीषा जी आ गई, कल ही आया हुआ है। मैं सोच रहा कि तेरे को मनीषा जी के बारे में क्या पता भाई, तूने क्यों पूछा मेरे से आगे कि मनीषा जी आ गई? जानते कुछ इनके बारे में? क्या जानते हैं? ये बहुत बड़ी एनजीओ संस्था है, मैं भी इनको बहुत देर से फॉलो कर रहा हूँ। मैं भी चाहता हूँ कि मैं भी बड़े होकर इनके जैसे ही कुछ करूँ। भाई फोन पीछे भाई अब इमेजिन करो कि 11 साल का लड़का मुझे आके पूछ रहा है मनीषा जी आ गई, मैं कहा बैठो बेटा आ रहे हैं। हुण सोशल मीडिया तुसीं देखो कि कितना दीदी नूं सारी दुनिया सुन रही है। और एक खुशी वाली जिहड़ी गल स्माइल वाली, ये स्माइल तुहाडे लिए है ਜਿਹੜੇ ਪਿੱਠ ਤੇ ਖੰਜਰ ਪੈ ਰਹੇ ਨੇ ਪਿੱਠ ਤੇ, ਕਿਉਂਕਿ ਹਰ ਬੰਦੇ ਦਾ ਪ੍ਰੋਟੋਕਾਲ। ਮੈਡਮ ਨੂੰ ਉੱਪਰੋਂ ਵੀ ਫੋਨ ਆਉਂਦੇ ਨੇ
मैडम को केसां ते भी दबाव बनाए जाते हैं। पर मैं हमेशा जो मैं भी फोन किया ना कि मैम केस है देख लियो, तो मैम ने कह देना कि अनमोल नहीं बेटा कि अनमोल केस दे बहुत जगह तो फोन आ रहे हैं, पर मैं निरपक्ष फैसला करूंगी, ना मैं तेरी सुनूंगी ना मैं किसी होर लीडर की सुनूंगी, क्योंकि मैं अज लीडर की सुन के जो किसी का गलत फैसला सुनाता तो कर्म वो परमात्मा को कौन भुगतेगा। मैनू जिन्हें जो करना कर लो, मैनू दुआ ने माड़ा भी बोलना, दुनिया बोलती है माड़ा भी बोलना बोली जाओ, पर मेरा फैसला निरपक्ष हो गया। जे कुड़ी वाले सही ने तो कुड़ी वाले ने ਲਈ फैसला, जे मुंडे वाले सही ने तो मुंडे वाले फैसले। मैनू ये चीज़ जी सब तो ज़्यादा चंगी लगी। नहीं तो मोस्टली लीडर तो या एक ब्यूरोक्रेसी बंदे को एक डर रहता है कि तुसी अपना केस लैके चले गए, जो दूजे पासों कोई पैसे चल गए या फोन आ गया तो तुहाडा केस गया। बट मैं हैरान हो गया, मैं फोन किया कि आप भैन आए कि दुख सुन लियो, तो मेरे लोग कहते कि जिहदा केस जेन्युइन होएगा वो सुनिया जाएगा। तो मैं इन्ना खुश होया, मैं कहा ठीक है दीदी तुसी जिद्दां तुहाडा किया सिर मत्थे ते, मैनूं इदां लग रहा है कि जिवें मेरी खुद की मदर पावर च बैठी। तो मैं सारिਆਂ ਨੂੰ सोशल मीडिया से कहना चाहना, ਜਦੋਂ तक ये स्ट्रोंग ने ਅਸੀਂ सेफ हाँ, ਜਦੋਂ ਇਹ पावर च नहीं है तो ध्यान रखियो साडा हाल बहुत माड़ा होना। मैं खासकर पंजाब ਦੀਆਂ ਭੈਣਾਂ ਨੂੰ कहना चाहना, ਉਹ ਜਿਹੜੇ ਵੀ ਫੀਲਡ 'ਚ ਨੇ ਇਹਨਾਂ ਦਾ ਸਾਥ ਜ਼ਰੂਰ ਦਿਓ, ਇਹਨਾਂ ਦੀ ਇੱਕ ਆਵਾਜ਼ ਤੇ ਇਕੱਠੇ ਹੋਵੋ, ਇਹਨਾਂ ਦੇ ਇੱਕ ਪੋਸਟ ਤੇ ਧਿਆਨ ਦਿਓ, ਇਹਨਾਂ ਨੂੰ ਪੁੱਛੋ ਬਾਰ-ਬਾਰ कि दीदी मैं कितने काम आ सकदा। और बीइंग इन्हां दा बेटा मैनूं जिथे खड़ाणगे, मैं पहला भी कहा कि मैं दिलों तनों मनो धनों इन्हां दे नाल आ। अज तक मैं किसी भी बंदे ने गल नहीं कही ऑन कैमरा, इवें गल कही है, जब पुरानी वीडियो चुका लियो, मैं कभी भी इन्ना किसी लिए नहीं होया, क्योंकि मैं इन्हां 'च एक होप देखदा। क्योंकि अज ये हॉस्पिटल आए, तुसीं इमेजिन करके देखो 7 सालां 'च किहड़ा लीडर या किहड़ा एक पावर वाला बंदा मेरे कोल हॉस्पिटल आया। एक नाम लो, कमेंट करो कोई, भाई मैं तरस गया, कोई नहीं आया। ਅੱਜ ਇਹ ਆਏ ਨੇ, ਮੇਰੇ ਲਈ ਬਹੁਤ ਵੱਡੀ ਗੱਲ ਹੈ, ਮੇਰੀ ਟੀਮ ਲਈ ਬਹੁਤ ਵੱਡੀ ਗੱਲ ਹੈ। ਮੇਰੀ ਟੀਮ ਨੂੰ ਜਦੋਂ ਪਤਾ ਲੱਗਿਆ, ਮੈਂ ਇੱਕ ਗੱਲ ਕਹਿਣਾ ਚਾਹਾਂਗੀ ਪੂਰੇ ਪੰਜਾਬ ਨੂੰ, ਜੇ ਤੁਸੀਂ ਸੁਣ ਰਹੇ ਹੋ, ਤੁਸੀਂ ਸਸਪੈਂਡ ਹੋ ਜਾਂਦੇ ਹੋ, ਕਮੈਂਟ ਪਾਉਂਦੇ ਹੋ, ਮੈਂ ਕਮੈਂਟ ਨਹੀਂ ਕਰਦੀ, ਮੇਰੇ ਕੋਲ ਇੰਨਾ ਵਕਤ ਹੀ ਨਹੀਂ ਹੈਗਾ। ਜਿੰਨੀ ਦੇਰ ਮੈਂ ਕਮੈਂਟ ਪੜ੍ਹਨ ਤੇ ਲਗਾਵਾਂਗੀ ਉਨੀ ਦੇਰ 'ਚ ਇੱਕ ਘਰ ਨੂੰ ਮੈਂ ਸਮੇਟ ਦੇ ਦਿੰਦੀ ਹਾਂ। ਪਰ ਜਿਹੜੇ ਲੋਕ ਮੈਨੂੰ ਸਨਮਾਨ ਕਰਦੇ ਨੇ, ਪਿਆਰ ਕਰਦੇ ਨੇ, ਆ ਕੇ ਮੈਨੂੰ ਦੱਸਦੇ ਨੇ। तो मैं एक गल कहना चाहांगी, अपने अकले बैठ के सोचना कि जेडे साडे पॉलिटिकल नुमाइंदे ने, मैं भी बहुत सम्मान करती हाँ, समाज नहीं चल सकता उन्होंने तो बिना। सरकार बनती है, चुनाव होंदे ने, वो असी चुनते हैं उन्होंने, किवें सरकार बनेगी, कौन स्टेट को देखेगा। पर एक बारी घर बैठ के सोचो, क्या वो चुनावों तो बाद तुसी मेरे को क्यों आते हो, तुसी थाने क्यों जाते हो, जिहड़ा तुहाडा फंडामेंटल एक राइट है, तो पॉलिटिकल नुमाइंदे को जाना है, उन्होंने फर्ज बनता है, उन्होंने ड्यूटी है। तुहाडे घर च जी पर्सनल प्रॉब्लम है, तुसी वोट पाए ने, तुसी उन्होंने चुनिया है, तुसी जजमेंटल एक औरत ते हो रहे हो, पूरा पंजाब औरत ठीक नहीं कर सकती। विक्टिम बना दिता सी उस औरत को। इस औरत के नाल उस ऊपर वाले दी दया है मेरे ते, मेरे परिवार की स्ट्रेंथ है, मेरे बेटियां की स्ट्रेंथ है, मेरे हस्बैंड की, मेरे अनमोल जैसे जे बच्चों की स्ट्रेंथ है, मेरी फीमेल कम्यूनिटी की स्ट्रेंथ है कि मनीषा गुलाटी ने किक मारी है कि विक्टिम तुसी बनाने की कोशिश की नहीं बनी। पर जजमेंटल ना हो, अपने आप को तुसी इमोशनली यूज ना होने दियो। तुसी जो भी एक जजमेंट दिती होगी, जड़ी भी सरकार आएगी, परसों डिसीजन तुसी जो भी दिता होगा सिर मत्थे ते मैं काम करती रहूँगी। मेरा एक विजन है औरतों की डिग्निटी को लैके, मेल की डिग्निटी को लैके, मेल को भी कितना कुछ सुनिया जाता है। मैं बार बार कहूँगी, मैं पूरा पंजाब ठीक नहीं कर सकती, बैकिंग की जरूरत होती है, एक सरकार के सपोर्ट की जरूरत होती है। मैं कभी भी किसी को क्रिटिसाइज नहीं किया। बहुत सारी कमिश्नर बनिया हुई ने, बहुत सारी लेडीज आई, बहुत सारी लेडीज गई। सरकार का सपोर्ट बहुत जरूरी है। इन्वेस्टिगेशन एजेंसी साड़ी पुलिस ही है, अज एक एक बैनर लैके पीछे बैठी हुई है, सिर्फ बैठी हुई है उस केस से। सू मोटो इमीडिएटली हर केस से ले लिया जाता है, ठीक है। और साढ़े को लैके आई है, जरूर मैं उन्हें सुन के जाऊँगी। बहुत सारे ਇਹੋ ਜਿਹੇ केस ने जिन्हों के नक च असी रस्सी पाई है, पर पाते रहेंगे। डरती नहीं मैं किसी के प्यो तो भी, पर फिर भी एक मेरा कंसर्न, मेरा विजन आम जनता को लैके वे, तुहाडे लोकां नूं लैके वे। समझदार बन जाओ, तुहाडी प्रायोरिटी तुहाडा परिवार ही है। एक कहावत तुसी सुनी होगी, अक्सर लोग अमरूद खरीदन वक्त रेहड़ी वाले नूं या दुकानदार नूं पुछदे ने कि अमरूद मिठे ने, बाद विच उहदे ते नमक छिड़क के खांदे ने। उसे तरह ही ना बनो, अपनी पावर नूं, अपने कॉन्स्टिट्यूशनल राइट नूं पहचानो। थैंक यू।
ਮੈਂ ਹੁਣ ਰਿਕਵੈਸਟ ਕਰਾਂਗਾ ਸਾਰਿਆਂ ਨੂੰ ਪਲੀਜ਼ ਤੁਸੀਂ ਚੇਅਰਸ ਲਓ ਤੇ ਬੈਠੋ ਮਾੜਾ ਜਿਹਾ, ਜਿਹੜੇ ਬਾਕੀ ਵੀ ਆਏ ਹੋਏ ਨੇ ਉਹ ਵੀ